ਕੱਢਣ ਪੁਲਿਸ ਇਹੀ ਕਰਨ, ਪੁਲਿਸ ਨਾ ਕਰੀ ਪਰ ਮੈਨੂੰ ਪਤਾ ਵਾ ਇਹ ਡੈਨ ਦਾ ਕਿ ਇਹਨੇ ਹੁਣ ਮੈਨੂੰ ਛੱਡਣਾ ਨਹੀਂ ਹੈ। ਨਵਾਂ ਪਿੰਡ ਦਾ ਰਹਿਣ ਵਾਲਾ ਵਿਕਰਮਜੀਤ ਉਰਫ ਵਿੱਕੀ ਸੁਨਿਆਰੇ ਦਾ ਕੰਮ ਕਰਦਾ ਸੀ, ਵਿਆਹਿਆ ਹੋਇਆ ਸੀ, ਘਰ ਦੇ ਵਿੱਚ ਇੱਕ ਧੀ ਵੀ ਸੀ। ਪਰ ਇਸ ਮਗਰੋਂ ਇਸੇ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਸੰਦੀਪ ਕੌਰ, ਜੋ ਕਿ ਸਬ ਇੰਸਪੈਕਟਰ ਸੀ, SHO ਸੀ, ਮਹਿਤਾ ਥਾਣੇ ਦੇ ਵਿੱਚ ਲੱਗੀ ਹੋਈ ਸੀ, ਉਹਦੇ ਸੰਪਰਕ ਦੇ ਵਿੱਚ ਵਿੱਕੀ ਆ ਜਾਂਦਾ ਹੈ। ਦੋਵੇਂ ਇੱਕੋ ਪਿੰਡ ਦੇ ਸੀ। ਪਤਾ ਇਹ ਲੱਗਦਾ ਹੈ ਕਿ ਦੋਹਾਂ ਦੇ ਆਪਸੀ ਸਬੰਧ ਕਾਇਮ ਹੋ ਗਏ, ਪਰ ਇਹਨਾਂ ਸਾਰੀਆਂ ਗੱਲਾਂ ਦਾ ਨਜਾਇਜ਼ ਫਾਇਦਾ ਇਸ ਪੁਲਿਸ ਵਾਲੀ ਸੰਦੀਪ ਕੌਰ ਦੇ ਵੱਲੋਂ ਚੱਕਿਆ ਜਾਣ ਲੱਗ ਗਿਆ। ਉਹਨੇ ਵਿੱਕੀ ਨੂੰ ਡਰਾਇਆ, ਧਮਕਾਇਆ ਤੇ ਉਸ ਦੇ ਕੋਲੋਂ ਕਰੀਬ 18 ਤੋਂ 20 ਲੱਖ ਰੁਪਏ ਠੱਗ ਵੀ ਲਏ ਸਨ। ਇੰਨਾ ਹੀ ਨਹੀਂ, ਆਪਣੇ ਕੁਝ ਹੋਰ ਨਾਲ ਦੇ ਸਾਥੀ ਪੁਲਿਸ ਵਾਲੇ ਮੁੰਡਿਆਂ ਨੂੰ ਨਕਲੀ DSP ਬਣਾ ਕੇ ਉਹ ਵਿੱਕੀ ਦੇ ਕੋਲ ਭੇਜਦੀ ਹੈ ਤੇ ਲੱਖਾਂ ਰੁਪਏ ਉਹਨਾਂ ਨੂੰ ਵੀ ਦੇਣ ਦੇ ਲਈ ਆਖਦੀ ਹੈ। ਉਹ ਕੁਝ ਪੈਸੇ ਲੈ ਕੇ ਆ ਜਾਂਦੇ ਨੇ, ਪਰ ਨਾਲ ਹੀ ਸੰਦੀਪ ਕੌਰ ਉਹਨਾਂ ਨੂੰ ਆਖਦੀ ਹੈ ਕਿ ਤੁਸੀਂ ਮੇਰਾ ਹਿੱਸਾ ਕਿਉਂ ਨਹੀਂ ਲੈ ਕੇ ਆਏ। ਹੁਣ ਇਹ ਵਿੱਕੀ, ਜੋ ਕਿ ਸੁਨਿਆਰੇ ਦਾ ਕੰਮ ਕਰਦਾ ਸੀ, ਸੰਦੀਪ ਕੌਰ ਦੇ ਨਾਲ ਸੰਪਰਕ ਦੇ ਵਿੱਚ ਸੀ, ਇਹਨਾਂ ਦੇ ਆਪਸੀ ਸਬੰਧ ਸੀ ਤੇ ਇੱਕ ਦਿਨ ਇਹ ਦੋਵੇਂ ਜਾਣੇ ਹੋਟਲ ਦੇ ਵਿੱਚ ਮਿਲਦੇ ਨੇ। ਉੱਥੇ ਮਿਲਣ ਤੋਂ ਬਾਅਦ ਮੁੰਡੇ ਦੇ ਵੱਲੋਂ ਕੁਝ ਆਡੀਓ ਰਿਕਾਰਡ ਕੀਤੀਆਂ ਜਾਂਦੀਆਂ ਨੇ ਅਤੇ ਆਪਣੀ ਭੈਣ ਨੂੰ ਭੇਜ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਉਹ ਦੱਸਦਾ ਹੈ ਕਿ ਮੈਂ ਕਿੰਨਾ ਮਜਬੂਰ ਹੋ ਚੁੱਕਿਆ, ਮੇਰੇ ਕੋਲੋਂ ਇਹ ਸੰਦੀਪ ਕੌਰ ਕਿੰਨੇ ਪੈਸੇ ਠੱਗ ਚੁੱਕੀ ਹੈ, ਗੋਲਡ ਲੈ ਚੁੱਕੀ ਹੈ ਤੇ ਹੁਣ ਮੈਨੂੰ ਗਲਤ ਕੰਮ ਕਰਨ ਦੇ ਲਈ ਆਖ ਰਹੀ ਹੈ। ਇਹ ਸਾਰੀਆਂ ਚੀਜ਼ਾਂ ਤੇ ਚੱਲਦੇ ਹੋਏ ਹੁਣ ਵਿੱਕੀ ਤੰਗ ਹੋ ਚੁੱਕਿਆ ਸੀ। ਉਹਨੇ ਵੌਇਸ ਮੈਸੇਜ ਵੀ ਭੇਜੇ ਆਪਣੀ ਭੈਣ ਨੂੰ ਅਤੇ ਨਾਲ ਹੀ ਲਾਈਵ ਹੋ ਕੇ ਇੱਕ ਵੀਡੀਓ ਵੀ ਰਿਕਾਰਡ ਕੀਤੀ। ਇਸ ਵੀਡੀਓ ਦੇ ਵਿੱਚ ਉਸਨੇ ਰੋ ਕੇ ਦੱਸਿਆ ਸੀ ਕਿ ਇਹ ਪੁਲਿਸ ਵਾਲੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਹ ਵਿਆਹਿਆ ਹੋਇਆ ਸੀ, ਘਰ ਦੇ ਵਿੱਚ ਧੀ ਵੀ ਹੈ, ਪਰ ਇਹ ਪੁਲਿਸ ਵਾਲੀ ਉਸ ਨੂੰ ਜੀਣ ਨਹੀਂ ਦੇ ਰਹੀ। ਧਮਕੀਆਂ ਦਿੰਦੀ ਹੈ ਕਿ ਮੈਂ ਤੇਰੇ ਪਰਿਵਾਰ ਦੇ ਉੱਪਰ ਪਰਚੇ ਪਵਾ ਦੇਵਾਂਗੀ, ਤੁਹਾਡੇ ਪਿਤਾ ਦੀ ਜ਼ਿੰਦਗੀ ਖਰਾਬ ਕਰ ਦੇਵਾਂਗੀ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਵਿੱਕੀ ਦੇ ਵੱਲੋਂ ਵੀਡੀਓ ਦੇ ਵਿੱਚ ਕਿਹਾ ਗਿਆ। ਉਹ ਸੁਣਨ ਤੋਂ ਬਾਅਦ ਕਿਸੇ ਨੂੰ ਵੀ ਤਰਸ ਆ ਜਾਵੇ ਕਿ ਕੋਈ ਬੰਦਾ ਕਿੰਨਾ ਮਜਬੂਰ ਹੋ ਸਕਦਾ ਹੈ, ਕਿਵੇਂ ਕਿਸੇ ਨੂੰ ਇੰਨੀਆਂ ਗੱਲਾਂ ਦੇ ਵਿੱਚ ਫਸਾਇਆ ਜਾ ਸਕਦਾ ਹੈ। ਤਾਂ ਖੈਰ, ਇਹ ਸਭ ਕੁਝ ਹੋਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸੇ ਹੋਟਲ ਦੇ ਕਮਰੇ ਦੇ ਵਿੱਚੋਂ ਵਿੱਕੀ ਦੀ ਮ੍ਰਿਤਕ ਦੇਹ ਮਿਲਦੀ ਹੈ। ਉਸ ਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਜਦੋਂ ਘਰ ਲੈ ਕੇ ਆ ਰਹੇ ਸਨ, ਘਰ ਦੇ ਵਿੱਚ ਉਸਦੇ ਬਾਕੀ ਦੇ ਜੀ ਰਿਸ਼ਤੇਦਾਰ ਇੰਤਜ਼ਾਰ ਕਰ ਰਹੇ ਸੀ ਕਿ ਬੋਡੀ ਕਦੋਂ ਆਵੇਗੀ, ਪਰ ਇਸ ਦੇ ਵਿਚਾਲੇ ਹੀ ਵਿੱਕੀ ਦੀ ਪਤਨੀ ਸੁਖਬੀਰ ਕੌਰ ਘਰ ਦੀ ਉੱਪਰਲੀ ਮੰਜ਼ਲ ਤੇ ਜਾਂਦੀ ਹੈ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ। 2 ਜਾਣਿਆਂ ਦੀ ਜਾਨ ਇਸ ਪੁਲਿਸ ਵਾਲੀ ਦੇ ਵੱਲੋਂ ਲੈ ਲਈ ਗਈ ਸੀ। ਪਰਿਵਾਰਿਕ ਮੈਂਬਰ ਡੂੰਘੇ ਦੁੱਖ ਦੇ ਵਿੱਚ ਵੀ ਸੀ। ਉਹਨਾਂ ਨੂੰ ਸਦਮਾ ਵੀ ਲੱਗਿਆ ਕਿ ਸਾਡਾ ਪਰਿਵਾਰ ਕਿੰਝ ਉਜੜ ਗਿਆ। ਵੌਇਸ ਨੋਟ ਉਹਨਾਂ ਦੇ ਕੋਲ ਸੀ, ਪਰ ਇੱਕ ਪੁਲਿਸ ਵਾਲੀ ਤੇ ਇਹ ਇਲਜ਼ਾਮ ਸੀ, ਜਿਸ ਤੇ ਚੱਲਦੇ ਹੋਏ ਮੁੜ ਕੇ ਇਸ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। 2020 ਦੀ ਇਹ ਸਾਰੀ ਘਟਨਾ ਤੇ 2025 ਦੇ ਵਿੱਚ ਆ ਕੇ ਇਸ ਪਰਿਵਾਰ ਦੇ ਨਾਲ ਬੀਤੇ ਦਿਨ ਹੀ ਇਨਸਾਫ ਹੋਇਆ। ਇਸ ਪਰਿਵਾਰ ਦਾ ਕਹਿਣਾ ਸੀ ਕਿ ਸਾਨੂੰ ਰੋਕਿਆ ਗਿਆ, ਦਬਾਇਆ ਗਿਆ, ਇਸ ਕੇਸ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰਵਾਈ ਗਈ, ਪਰ ਫਿਰ ਵੀ ਉਹ ਪਿੱਛੇ ਨਹੀਂ ਹਟੇ। ਉਹਨਾਂ ਨੂੰ ਇਨਸਾਫ ਤਾਂ ਜ਼ਰੂਰ ਮਿਲਿਆ, ਪਰ ਇਹ ਅੱਧਾ ਇਨਸਾਫ ਹੈ, ਪਿਤਾ ਦਾ ਕਹਿਣਾ ਹੈ, ਕਿਉਂਕਿ ਇਸ ਦੇ ਵਿੱਚ ਸਿਰਫ ਸੰਦੀਪ ਕੌਰ ਨੂੰ ਹੀ 10 ਸਾਲ ਦੀ ਸਜ਼ਾ ਹੋਈ ਹੈ। ਉਸ ਦੇ ਨਾਲ ਵਾਲੇ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਮ ਤੱਕ ਨਹੀਂ ਉਸ ਦੇ ਵਿੱਚ ਲਿਖੇ ਗਏ ਤੇ ਨਾ ਹੀ ਚਲਾਨ ਪੇਸ਼ ਕੀਤਾ ਗਿਆ। ਤਾਂ ਖੈਰ, ਇਸ ਮੌਕੇ ਤੇ ਵਕੀਲ ਸਿਮਰਨਜੀਤ ਸਿੰਘ ਦਾ ਕਹਿਣਾ ਸੀ ਕਿ ਅਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ। ਕੁਝ ਹੋਰ ਵਿਅਕਤੀ ਜਿਨ੍ਹਾਂ ਦੇ ਇਸ ਕੇਸ ਦੇ ਵਿੱਚ ਨਾਮ ਨੇ, ਉਹਨਾਂ ਨੂੰ ਵੀ ਉਹਨਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਤਾਂ ਇਹ ਸਾਰਾ ਮਾਮਲਾ ਬੜਾ ਹੀ ਪੇਚੀਦਾ ਬਣਿਆ ਹੋਇਆ ਸੀ, ਕਿਉਂਕਿ ਪੁਲਿਸ ਵਾਲਿਆਂ ਤੇ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਦੇਸ਼ ਅਤੇ ਦੁਨੀਆ ਦੀ ਰੱਖਿਆ, ਲੋਕਾਂ ਦੀ ਰੱਖਿਆ ਦੇ ਲਈ ਇਹ ਬਣੇ ਨੇ, ਪਰ ਇਹ ਆਪਣੀ ਪਾਵਰ ਦਾ ਮਿਸਯੂਜ਼ ਕਰਦੇ ਨੇ। ਇਸ ਕੇਸ ਦੇ ਵਿੱਚ ਵੀ ਇਹੀ ਕੁਝ ਹੋਇਆ ਅਤੇ ਸੰਦੀਪ ਕੌਰ ਨਾਮ ਦੀ ਇਹ ਸਬ ਇੰਸਪੈਕਟਰ SHO, ਇਸ ਦੇ ਵੱਲੋਂ ਮੁੰਡੇ ਨੂੰ ਤੰਗ ਕੀਤਾ ਗਿਆ, ਉਸ ਦੇ ਪਰਿਵਾਰ ਨੂੰ ਧਮਕਾਇਆ ਗਿਆ ਤੇ ਪਤੀ ਪਤਨੀ ਦੀ ਜਾਨ ਚਲੀ ਗਈ। ਇਹ ਸਾਰੀ ਤਕਲੀਫ ਪਰਿਵਾਰ ਦੀ ਇੱਥੇ ਹੀ ਨਹੀਂ ਖਤਮ ਹੋਈ, ਕਿਉਂਕਿ ਇੱਕ ਪਾਸੇ ਤਾਂ ਉਹ ਇਨਸਾਫ ਦੀ ਜੰਗ ਲੜ ਰਹੇ ਸਨ, ਕੇਸ ਚੱਲ ਰਿਹਾ ਸੀ, ਪਰ ਦੂਜੇ ਪਾਸੇ ਵਿੱਕੀ ਅਤੇ ਸੁਖਬੀਰ ਕੌਰ ਦੀ ਇੱਕ ਧੀ ਵੀ ਸੀ, ਜਿਸ ਦਾ ਨਾਮ ਸੀ ਧਨਪ੍ਰੀਤ ਕੌਰ। 2025 ਆਂਦੇ ਉਸ ਦੀ ਉਮਰ 20 ਸਾਲ ਦੀ ਹੋ ਚੁੱਕੀ ਸੀ, ਪਰ ਬੀਤੇ 4-5 ਸਾਲ ਤੋਂ ਉਹ ਇਨਸਾਫ ਦੇ ਲਈ ਤੜਫ ਰਹੀ ਸੀ। ਉਸ ਕੁੜੀ ਨੂੰ, ਉਸ ਧੀ ਨੂੰ ਦੁੱਖ ਹੋਇਆ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਇਸ ਪੁਲਿਸ ਵਾਲੀ ਦੇ ਖਿਲਾਫ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਉਸ ਨੂੰ ਦੁਬਾਰਾ ਡਿਊਟੀ ਤੇ ਰੱਖ ਲਿਆ ਗਿਆ।
ਅਤੇ ਸਭ ਕੁਝ ਦੇਖਦੇ ਹੋਏ ਜਨਵਰੀ ਦੇ ਮਹੀਨੇ ਵਿੱਚ ਇਸੇ ਸਾਲ 2025 ਦੇ ਵਿੱਚ ਤਨਪ੍ਰੀਤ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦੀ। ਅੱਜ ਵਿੱਕੀ ਦੇ ਭੈਣ ਭਰਾ, ਉਸ ਮਾਸੂਮ ਬੱਚੀ ਦੇ ਭੂਆ ਅਤੇ ਚਾਚੇ ਉਸ ਨੂੰ ਯਾਦ ਕਰਕੇ ਰੋ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਜੇ ਉਹ ਧੀ ਇਸ ਦੁਨੀਆ ਦੇ ਵਿੱਚ ਹੁੰਦੀ ਤਾਂ ਉਹਨੂੰ ਬਹੁਤ ਖੁਸ਼ੀ ਹੋਣੀ ਸੀ ਕਿ ਇਨਸਾਫ ਮਿਲ ਗਿਆ। ਪਰ ਮਾੜੀ ਕਿਸਮਤ ਦੇ ਨਾਲ 4-5 ਸਾਲ ਉਹਨੂੰ ਹੋ ਗਏ ਸੀ ਇਨਸਾਫ ਦੀ ਉਡੀਕ ਦੇ ਵਿੱਚ। ਆਪਣੇ ਮਾਪਿਓ ਨੂੰ ਉਹਨੇ ਗਵਾ ਦਿੱਤਾ ਸੀ, ਪਰ ਫਿਰ ਅੰਤ ਨੂੰ ਇਹ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ। ਜਨਵਰੀ ਮਹੀਨੇ ਦੇ ਵਿੱਚ ਉਹ ਕੁੜੀ ਵੀ ਦੁਨੀਆ ਛੱਡ ਦਿੰਦੀ ਹੈ। ਹੁਣ ਇਸ ਪੂਰੇ ਪਰਿਵਾਰ ਦੀ ਮੌਤ ਦੀ ਜ਼ਿੰਮੇਦਾਰ ਉਹ ਸਬ ਇੰਸਪੈਕਟਰ ਸੰਦੀਪ ਕੌਰ ਸੀ, ਜਿਸ ਦੇ ਵੱਲੋਂ ਪਹਿਲਾਂ ਵਿੱਕੀ, ਫਿਰ ਉਸ ਦੀ ਪਤਨੀ ਅਤੇ ਫਿਰ ਇਹਨਾਂ ਪਰੇਸ਼ਾਨੀਆਂ ਦੇ ਚੱਲਦੇ ਹੋਏ ਉਸ ਦੀ 20 ਸਾਲ ਦੀ ਧੀ ਤਨਪ੍ਰੀਤ ਦੀ ਜਾਨ ਇਹਨੇ ਲਈ। ਹੁਣ ਇਸ ਪੁਲਿਸ ਵਾਲੀ ਨੂੰ 10 ਸਾਲ ਦੀ ਸਜ਼ਾ ਹੋਈ ਹੈ ਤੇ ਨਾਲ ਹੀ 20,000 ਰੁਪਇਆ ਜੁਰਮਾਨਾ ਵੀ ਲੱਗਿਆ। ਜੇਕਰ ਉਹ 20,000 ਜੁਰਮਾਨਾ ਨਹੀਂ ਭਰਦੀ ਤਾਂ ਉਹਨੂੰ ਅੱਗਿਓਂ 3 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। ਕੀ ਇਹ ਪੂਰਾ ਮਾਮਲਾ ਨਵਾਂ ਪਿੰਡ ਦੀ ਇਹ ਘਟਨਾ ਸੀ। ਇਸ ਮੌਕੇ ਤੇ ਪਿਤਾ ਤੇ ਬਾਕੀ ਦੇ ਪਰਿਵਾਰਕ ਮੈਂਬਰ ਡੂੰਘੇ ਦੁੱਖ ਦੇ ਵਿੱਚ ਵੀ ਸੀ, ਕਿਉਂਕਿ ਉਹਨਾਂ ਨੂੰ ਅੱਧਾ ਇਨਸਾਫ ਮਿਲਿਆ, ਪਰ ਫਿਰ ਵੀ ਉਹ ਸ਼ੁਕਰਗੁਜ਼ਾਰ ਨੇ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕਿੰਨਾ ਹੀ ਰੋਕਿਆ ਗਿਆ ਸੀ, ਉਸ ਕੁੜੀ ਦੇ ਵੱਲੋਂ ਕਿੰਨਾ ਹੀ ਧਮਕਾਇਆ ਗਿਆ ਸੀ, ਪਰ ਫਿਰ ਵੀ ਇਸ ਪਰਿਵਾਰ ਨੇ ਇਹ ਜੰਗ ਲੜੀ ਲੰਬੀ ਅਤੇ ਜਿੱਤ ਹਾਸਿਲ ਕੀਤੀ। ਸੁਨਿਆਰੇ ਦਾ ਕੰਮ ਕਰਦਾ ਵਿਕਰਮਜੀਤ ਉਰਫ ਵਿੱਕੀ, ਉਸ ਦੀ ਪਤਨੀ ਸੁਖਬੀਰ ਕੌਰ ਅਤੇ ਤਨਪ੍ਰੀਤ, ਪੂਰੇ ਦਾ ਪੂਰਾ ਪਰਿਵਾਰ ਉਜੜ ਗਿਆ। 3 ਜਨਵਰੀ 2025 ਨੂੰ ਹੀ ਤਨਪ੍ਰੀਤ ਇਸ ਦੁਨੀਆ ਤੋਂ ਚਲੀ ਗਈ, ਕਿਉਂਕਿ ਉਹਨੂੰ ਦਿਖ ਰਿਹਾ ਸੀ ਕਿ ਮੇਰੇ ਮਾਪਿਓ ਕਿੰਜ ਤੜਫ ਕੇ ਮਰੇ ਨੇ ਅਤੇ ਜਿਨ੍ਹਾਂ ਨੇ ਉਸ ਦੀ ਜਾਨ ਲਈ ਉਹ ਸੰਦੀਪ ਕੌਰ ਸਰੇਆਮ ਘੁੰਮ ਰਹੀ ਹੈ। ਇਸ ਪੂਰੀ ਘਟਨਾ ਦੇ ਵਿਚਾਲੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਿੰਦਰ ਸਿੰਘ ਦੀ ਅਦਾਲਤ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸਬ ਇੰਸਪੈਕਟਰ ਸੰਦੀਪ ਕੌਰ ਨੂੰ 10 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੇਕਰ ਜੁਰਮਾਨਾ ਰਾਸ਼ੀ ਅਦਾ ਨਹੀਂ ਕੀਤੀ ਜਾਂਦੀ ਤਾਂ ਮੁਲਜ਼ਮ ਨੂੰ 3 ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ। ਜੱਜ ਸਾਹਿਬ ਨੇ ਕਿਹਾ ਕਿ ਸਬ ਇੰਸਪੈਕਟਰ ਸੰਦੀਪ ਕੌਰ ਦਾ ਕੰਮ ਅਪਰਾਧ ਨੂੰ ਰੋਕਣਾ ਸੀ, ਪਰ ਉਹ ਖੁਦ ਅਪਰਾਧਕ ਸਰਗਰਮੀਆਂ ਦੇ ਵਿੱਚ ਸ਼ਾਮਿਲ ਹੋ ਗਈ। ਜਾਣਕਾਰੀ ਅਨੁਸਾਰ 10 ਅਕਤੂਬਰ 2020 ਦਾ ਇਹ ਮਾਮਲਾ, ਜਦੋਂ ਸ਼ਾਮ ਨੂੰ ਮੋਕਮਪੁਰਾ ਥਾਣੇ ਦੀ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਸੰਦੀਪ ਕੌਰ ਦੇ ਵਿਰੁੱਧ ਉਕਸਾਉਣ ਦੇ ਦੋਸ਼ ਦੇ ਵਿੱਚ ਕੇਸ ਦਰਜ ਕੀਤਾ। ਜਾਂਚ ਤੋਂ ਪਤਾ ਲੱਗਾ ਕਿ ਜੰਡਿਆਲਾ ਗੁਰੂ ਥਾਣੇ ਅਧੀਨ ਆਉਂਦੇ ਨਵਾਂ ਪਿੰਡ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਉਰਫ ਵਿੱਕੀ ਦਾ ਐਸਆਈ ਸੰਦੀਪ ਕੌਰ ਦੇ ਨਾਲ ਕੋਈ ਪ੍ਰੇਮ ਸੰਬੰਧ ਦਾ ਚੱਕਰ ਸੀ। ਵਿੱਕੀ ਪੇਸ਼ੇ ਤੋਂ ਆੜਤੀ ਸੀ, ਸੁਨਿਆਰੇ ਦਾ ਕੰਮ ਵੀ ਕਰਦਾ ਸੀ। ਉਸ ਦਾ ਪਰਿਵਾਰ ਆਰਥਿਕ ਤੌਰ ਤੇ ਬਹੁਤ ਖੁਸ਼ਹਾਲ ਸੀ। ਇਹ ਦੋਵੇਂ ਜਾਣੇ ਇੱਕ ਦੂਜੇ ਨੂੰ ਮਿਲਦੇ ਸੀ, ਪਰ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਸੰਦੀਪ ਕੌਰ ਵਿੱਕੀ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ, ਮਾਨਸਿਕ ਤੌਰ ਤੇ ਉਸ ਨੂੰ ਪੀੜਾ ਦੇ ਰਹੀ ਸੀ। ਉਸ ਨੂੰ ਆਪਣੇ ਕਿਸੇ ਹੋਰ ਸਾਥੀ ਨੂੰ ਮਾਰਨ ਦੇ ਲਈ ਵੀ ਉਕਸਾ ਰਹੀ ਸੀ, ਪਰ ਵਿੱਕੀ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ। ਘਟਨਾ ਵਾਲੇ ਦਿਨ ਦੋਵੇਂ ਮੋਹਕਮਪੁਰਾ ਦੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਮਿਲੇ। ਸੰਦੀਪ ਕੌਰ ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਚਲੀ ਗਈ ਅਤੇ ਵਿੱਕੀ ਨੇ ਹੋਟਲ ਦੇ ਕਮਰੇ ਦੇ ਵਿੱਚ ਆਪਣੀ ਜਾਨ ਦਿੱਤੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਸਬ ਇੰਸਪੈਕਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਉਸੇ ਰਾਤ ਵਿੱਕੀ ਦੀ ਪਤਨੀ ਸੁਖਬੀਰ ਕੌਰ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਸੀ। ਇਸ ਸੰਬੰਧੀ ਜੰਡਿਆਲਾ ਥਾਣੇ ਦੀ ਪੁਲਿਸ ਨੇ ਸੰਦੀਪ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ। ਪਰ ਬੇहद ਦੁਖਦ ਖਬਰ ਹੈ ਇਹ ਕਿ ਇੱਕ ਉਹਨਾਂ ਦੀ ਧੀ ਹੈ ਜਿਹੜੀ ਉਹਨੇ ਲੰਬਾ ਇੰਤਜ਼ਾਰ ਕੀਤਾ ਇਨਸਾਫ ਦੇ ਲਈ, ਤੇ ਆਖਿਰ ਨੂੰ 3 ਜਨਵਰੀ 2025 ਨੂੰ ਉਹ ਵੀ ਆਪਣੇ ਕਮਰੇ ਦੇ ਵਿੱਚ ਜਾਂਦੀ ਹੈ ਅਤੇ ਜਦੋਂ ਪਰਿਵਾਰਿਕ ਮੈਂਬਰਾਂ ਨੇ ਜਾ ਕੇ ਕਮਰਾ ਖੋਲ੍ਹਿਆ ਤਾਂ ਪਤਾ ਲੱਗਿਆ ਕਿ ਤਨਪ੍ਰੀਤ ਕੌਰ ਇਸ ਦੁਨੀਆ ਦੇ ਵਿੱਚ ਨਹੀਂ ਰਹੀ। 20 ਸਾਲ ਦੀ ਕੁੜੀ ਜੋ ਕਿ ਆਪਣੇ ਮਾਪਿਓ ਦੇ ਲਈ ਇਨਸਾਫ ਚਾਹ ਰਹੀ ਸੀ, ਪਰ ਉਸ ਦੀਆਂ ਅੱਖਾਂ ਦੇ ਸਾਹਮਣੇ ਇਹ ਇਨਸਾਫ ਨਹੀਂ ਹੋ ਪਾਇਆ। ਐਸਆਈ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਅਤੇ ਵਿਭਾਗ ਨੇ ਉਸ ਨੂੰ ਬਹਾਲ ਕਰ ਦਿੱਤਾ ਸੀ। ਉਸ ਨੂੰ ਨੌਕਰੀ ਤੇ ਰੱਖ ਲਿਆ ਗਿਆ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਸੀ ਤਨਪ੍ਰੀਤ, ਜਿਸ ਦੇ ਚਲਦੇ ਹੋਏ ਇਹ ਸਾਰਾ ਪਰਿਵਾਰ ਇੱਕ ਇੱਕ ਕਰਕੇ ਇਸ ਔਰਤ ਦੇ ਕਰਕੇ, ਸੰਦੀਪ ਕੌਰ ਦੇ ਕਰਕੇ ਖਤਮ ਹੋ ਗਿਆ ਸੀ। ਇਸ ਕਰਕੇ ਨਾ ਮੈਂ ਤੋਂ ਇੰਨਾ ਕੁ ਤੰਗ ਆ ਚੁੱਕਾ ਨਾ। ਫਿਰ ਜੀ ਵੇਖੋ, ਇਹਨੇ ਪੁਲਿਸ ਲਾਈਨ ਇੱਕ ਸਾਰਾ ਐਸਐਚਓ ਸਾਹਿਬ ਸੁਰਿੰਦਰ ਸਿੰਘ ਢਿੱਲੋਂ ਮਤਲਬ ਬੜੇ ਚੰਗੇ ਇਨਸਾਨ ਆ, ਤੇ ਉਹਨਾਂ ਦੇ ਖਿਲਾਫ ਇਹਨੇ ਪੋਸਟ ਅਤੇ ਲੈਟਰ ਪਾਈ ਆ ਐਸਐਸਪੀ ਸਾਹਿਬ ਨੂੰ। ਲੈਟਰ ਭੇਜੀ ਆ ਕਿ ਇੱਥੇ ਕਾਲੇ ਕੰਮ ਹੁੰਦੇ ਆ ਜੀ, ਧੰਦੇ ਹੁੰਦੇ ਇੱਥੇ ਲਾਈਨ ਦੇ ਵਿੱਚ। ਉਹਨਾਂ ਤਾਂ ਹੋਰ ਵੀ ਕਈਆਂ ਕੁੜੀਆਂ ਦੇ ਨਾਂ ਨੂੰ ਜੋੜਿਆ ਵਾ, ਹਾਲਾਂਕਿ ਇਹ ਜੋ ਵੀ ਕਰਦੀ ਜਾ ਕੇ ਖੁਦ ਕਰਦੀ ਲਾਈਨ ਦੇ ਵਿੱਚ।
ਲੈਬ 'ਚ ਜਾ ਕੇ ਸੰਧੂ ਦੇ ਨਾਲ ਜੋ ਵੀ ਕਰਦੀ ਇਹ ਕਰਦੀ ਸੀ ਤੇ ਕਰਾਉਂਦੀ ਕਿਸੇ ਕੋ ਆ। ਤੇ ਹੁਣ ਮੈਂ ਬੋਲਿਆ ਵੀ ਮੈਂ ਦੱਸ ਦੇਣਾ ਵਾ ਸੰਧੂ ਆਪਣੇ ਢਿੱਲੋਂ ਸਾਹਿਬ ਨੂੰ ਦੱਸ ਦੂੰਗਾ। ਸੁਰਿੰਦਰ ਸਿੰਘ ਢਿੱਲੋਂ ਉਹਨਾਂ ਦਾ ਨਾਮ ਆ, ਬਿਆਸ ਤੋਂ ਆ। ਮੈਂ ਦੱਸ ਦੇਣਾ ਤੇ ਮੈਨੂੰ ਧਮਕੀ ਦਿੰਦੀ ਤੈਨੂੰ ਆਪਣੇ ਨੰਬਰ ਵੀ ਬੰਦ ਕਰਤੇ ਆ। ਤੇ ਹੁਣ ਮੇਰੇ ਤੇ ਹੀ ਆ ਤਰਲੇ ਕੱਢਣ ਪੁਲਿਸ ਇਹੀ ਕਰਨ ਪੁਲਿਸ ਨਾ ਕਰੀ ਪਰ ਮੈਨੂੰ ਪਤਾ ਵਾ ਇਹ ਡੈਨ ਦਾ ਕਿ ਇਹਨੇ ਹੁਣ ਮੈਨੂੰ ਛੱਡਣਾ ਨਹੀਂ ਆ। ਇਹਦਾ ਮੈਂ ਕੁਛ ਵੀ ਬੋਲੂੰਗਾ ਇਹਨੇ ਮੈਨੂੰ ਛੱਡਣਾ ਨਹੀਂ ਆ। ਤੇ ਚਲੋ ਮੇਰੀ ਤਾਂ ਗੱਲ ਕੋਈ ਨਹੀਂ ਆ, ਮੈਂ ਤਾਂ ਚਲੋ ਵੈਸੇ ਵੀ ਕੁੱਤੀ ਤੋਂ ਤੰਗ ਆ ਕੇ ਮਰਨ ਹੀ ਲੱਗਾ ਵਾਂ, ਬਟ ਇਹਨੇ ਮੇਰੇ ਘਰਦਿਆਂ ਦਾ ਵੀ ਕੋਈ ਛੱਡਣਾ ਨਹੀਂ ਆ। जी आज प्रेस कॉन्फ्रेंस की गई है। बेसिकली एक डबल सुसाइड का केस होया सी। एक इस दे संबंध में 10 अक्टूबर ਨੂੰ ਮੋਕਮਪੁਰਾ ਪੁਲਿਸ ਸਟੇਸ਼ਨ ਸਿਟੀ ਅੰਮ੍ਰਿਤਸਰ ਦੇ ਵਿੱਚ FIR ਦਰਜ ਹੋਈ ਸੀ ਔਰ 11 ਅਕਤੂਬਰ ਨੂੰ ਜੰਡਿਆਲਾ ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਹੋਈ ਸੀ। ਤਾਂ ਉਹਦੇ ਵਿੱਚ ਜਿਹੜੇ ਪ੍ਰਾਈਮ ਅਕਿਊਜ਼ ਸੀ ਉਹ ਆਪਣੇ ਪੁਲਿਸ ਮੁਲਾਜ਼ਮ ਸੀਗੇ ਸਬ ਇੰਸਪੈਕਟਰ ਸੰਦੀਪ ਕੌਰ, ਜਿਹੜੇ ਉਸ ਵੇਲੇ ਮਹਿਤਾ ਪੁਲਿਸ ਸਟੇਸ਼ਨ ਦੇ ਵਿੱਚ ਪੋਸਟਡ ਸੀ। ਤਾਂ ਉਹਨਾਂ ਨੂੰ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਤੇ ਉਸ ਸੰਬੰਧੀ ਸੂਚਨਾ ਦੇਣ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਕਿਹੜੀ ਜਗ੍ਹਾ ਤੋਂ ਫੜਿਆ ਇਹਨਾਂ ਨੂੰ ਜੀ ਇੱਕ ਧੀਰੋਵਾਲ ਬੇਟ ਪਿੰਡ ਪੈਂਦਾ ਹੈ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ, ਤੇ ਉੱਥੋਂ SHO ਜੰਡਿਆਲਾ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਹਨਾਂ ਨੂੰ ਕੱਲ ਅਰੈਸਟ ਕੀਤਾ ਹੈ। ਕਿੱਥੇ ਰੁਕੀ ਹੋਈ ਸੀ? ਉੱਥੇ ਕਿਸੇ ਦੇ ਘਰ 'ਚ ਰੁਕੀ ਹੋਈ ਸੀ? ਆਪਣੇ ਰਿਲੇਟਿਵ ਸੀਗੇ ਜੀ, ਉਹਨਾਂ ਦੇ ਘਰ ਰੁਕੇ ਸੀ। ਤੇ ਬਾਕੀ ਜਿੰਨੇ ਵੀ ਐਸੋਸੀਏਟਸ ਵੀ ਇਹਨਾਂ ਦੇ ਹੈਗੇ ਉਹ ਵੀ ਪੁਲਿਸ ਉਹਨਾਂ ਦੀ ਸਾਰਿਆਂ ਦੀ ਜਾਂਚ ਕਰ ਰਹੀ ਹੈ ਔਰ ਇਸ ਦੇ ਸੰਬੰਧ ਦੇ ਵਿੱਚ ਵੀ ਪੁਲਿਸ ਨੇ ਇੱਕ ਸੈਪਰੇਟ ਵੀ FIR ਦਿੱਤੀ ਹੈ ਜਿਹੜੇ ਵੀ ਬੰਦਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ। ਸਰ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਜੀ? ਟੋਟਲ ਸੰਦੀਪ ਕੌਰ ਤਾਂ ਪ੍ਰਾਈਮ ਅਕਿਊਜ਼ ਦੋਨੋਂ ਡਬਲ ਸੁਸਾਈਡ ਕੇਸ ਦੇ ਵਿੱਚ ਹੈਗੇ। ਤਾਂ ਉਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 3 ਬੰਦੇ ਔਰ ਗ੍ਰਿਫਤਾਰ ਕੀਤੇ ਗਏ ਹੈ ਇਹਨਾਂ ਨੂੰ ਪਨਾਹ ਦੇਣ ਦੇ ਮਸਲੇ ਦੇ ਵਿੱਚ, ਜਿਹਦੇ ਵਿੱਚ ਇੱਕ ਕਾਂਸਟੇਬਲ ਵੀ ਸ਼ਾਮਿਲ ਹੈ ਜਿਹੜੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਪੋਸਟਡ ਹੈ। ਤੇ ਹੋਰ ਕਿੰਨੀਆਂ ਗ੍ਰਿਫਤਾਰੀਆਂ ਕਰਨੀਆਂ ਬਾਕੀ ਨੇ? ਜਿਹੜਾ ਮੇਨ ਡਬਲ ਸੁਸਾਈਡ ਕੇਸ ਹੈ ਉਹਦੇ ਵਿੱਚ ਤਾਂ ਹਜੇ ਪ੍ਰਾਈਮ ਇਹੀ ਹੈਗੇ, ਬਾਕੀ ਫਰਦਰ ਇਨਵੈਸਟੀਗੇਸ਼ਨ ਤੋਂ ਜਿਹੜੇ ਵੀ ਫਿਰ ਅੱਗੇ ਨਾਮ ਆਉਂਦੇ ਆ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ। ਕੌਣ ਹੈ ਸਰ? ਨਾਮ ਹੀ ਆਏ ਸੀ ਵਿੱਚ ਹੋਰ? ਹਾਂਜੀ, ਇਹਨਾਂ ਦੇ ਨਾਲ ਸੰਦੀਪ ਕੌਰ ਦੇ ਨਾਲ 2 ਕਾਂਸਟੇਬਲ ਜਿਹੜੇ ਸੀ ਜਿਹਨਾਂ ਦੇ ਨਾਮ ਆਏ ਸੀਗੇ ਮੇਨ ਤੇ। ਦੀਪ ਸੰਧੂ ਕੌਣ ਹੈਗਾ ਸਰ? ਮੈਂ ਤਾਂ ਜੀ ਹਜੇ ਇੰਨੀ ਇਨਫੋਰਮੇਸ਼ਨ ਹੀ ਤੁਹਾਨੂੰ ਦੇ ਸਕਦਾ। ਬਾਕੀ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕੋਈ ਬੰਦੇ ਇਨਵੋਲਵ ਹੈਗੇ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਜਿਸ ਦਾ ਵੀ ਆਂਦਾ ਹੈ ਉਹਨਾਂ ਦੇ ਬਾਰੇ ਅਦਰ ਦੈਨ ਸੰਦੀਪ ਕੋਲ ਕਿੰਨੇ ਲੋਕ ਅਰੈਸਟ ਹੋਏ ਹੈ? ਸਪੈਸ਼ਲ 4 ਲਿਖੇ ਨੇ। 3 ਬੰਦੇ ਜਿਨ੍ਹਾਂ ਨੇ ਜੀ ਪਨਾਹ ਦਿੱਤੀ ਸੀ ਉਹਨਾਂ ਦੀ ਅਸੀਂ ਪਹਿਲੇ ਪ੍ਰੈਸ ਬਰੀਫਿੰਗ ਵੀ ਕੀਤੀ ਸੀ, ਉਹ ਪਨਾਹ ਦੇਣ ਦੇ ਮਸਲੇ ਦੇ ਵਿੱਚ ਅਰੈਸਟ ਹੋਏ ਹਨ। ਔਰ ਉਸ ਤੋਂ ਇਲਾਵਾ ਮੇਨ ਜਿਹੜੇ ਡਬਲ ਸੁਸਾਈਡ ਮਰਡਰ ਕੇਸ ਦੇ ਪ੍ਰਾਈਮ ਅਕਿਊਜ਼ ਸੀਗੇ ਸਬ ਇੰਸਪੈਕਟਰ ਸੰਦੀਪ ਕੌਰ, ਉਹ ਵੀ ਅਰੈਸਟ ਕੀਤੇ ਗਏ ਹਨ। ਸਰ ਇਹਨਾਂ ਦੀ ਜੋ ਸੁਣ ਚ ਆਇਆ ਕਿ ਮਾਸੀ ਦੇ ਬੇਟੇ ਨੇ ਜਿਹੜੇ EMPLOYE ਨੇ ਪੰਜਾਬ ਦੇ, ਹਜੇ ਜੀ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਜੇਕਰ ਕੋਈ ਹੋਰ ਬੰਦਾ ਵੀ ਇਹਨਾਂ ਕੇਸਾਂ ਦੇ ਵਿੱਚ ਇਨਵੋਲਵ ਹੈ, ਕਿਉਂਕਿ ਆਲਰੇਡੀ ਹੁਣ ਪ੍ਰਾਈਮ ਅਕਿਊਜ਼ ਜਿਹੜੇ ਹੈ ਉਹ ਪ੍ਰਾਈਮ ਅਕਿਊਜ਼ਡ ਅਰੈਸਟ ਹੋ ਗਏ ਹੈ, ਇਹਨਾਂ ਦੀ ਫਿਰ ਫਰਦਰ ਜਿਹੜਾ ਵੀ ਕੋਈ ਲੀਗਲ ਐਕਸ਼ਨ ਹੈ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਤਾਂ ਉਹਦੇ ਵਿੱਚ ਜਿਸ ਦਾ ਜੋ ਰੋਲ ਸਾਹਮਣੇ ਆਉਂਦਾ ਹੈ ਉਸ ਦੇ ਉੱਤੇ ਫਿਰ ਐਸ ਪਰ ਲਾਅ ਕਾਰਵਾਈ ਕੀਤੀ ਜਾਵੇਗੀ।